इस ग्रह में कोई जागत रहै, साबत वस्त ओह अपनी लहै। रहाओ। ਕਹਿੰਦੇ ਹਨ ਇਸ ਗ੍ਰਹਿ ਦੇ ਵਿੱਚ, ਇਸ ਘਰ ਦੇ ਵਿੱਚ, ਜਿਹੜੇ ਘਰ 'ਚ ਤੁਸੀਂ ਰਹਿ ਰਹੇ ਹੋ, ਕੋਈ ਜਾਗਤ ਰਹੇ। ਤੁਸੀਂ ਜਾਗਦੇ ਰਹੋ। ਜਿਹੜਾ ਜਾਗਦਾ ਰਹੇ ਤੋ ਆਪਣੀ ਸਾਬਤ ਵਸਤ ਨੂੰ ਬਚਾ ਲੈਂਦਾ ਹੈ, ਵਸਤੂ ਨੂੰ ਸਾਬਤ ਬਚਾ ਲੈਂਦਾ ਹੈ, ਪੂਰੀ ਦੀ ਪੂਰੀ ਬਚਾ ਲੈਂਦਾ ਹੈ, ਜਾਗਦਾ ਰਹੇ। ਅਤੇ ਜਿਹੜਾ ਨਹੀਂ ਜਾਗਦਾ ਰਹਿੰਦਾ ਹੈ ਅਤੇ ਉਹ ਫਿਰ ਲੁੱਟਿਆ ਜਾਂਦਾ ਹੈ। ਲੁੱਟਿਆ ਕਿਵੇਂ ਜਾਂਦਾ ਹੈ? ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨ ਜਾਤੀ। ਮੂਸਨਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਪਨਿਹਾਰੇ। ਕਹਿੰਦੇ ਹਨ ਸਗਲ ਸਹੇਲੀ ਆਪਣੇ ਰਸ ਮਾਤੀ। ਇਹ ਜਿਹੜੀ ਸਹੇਲੀਆਂ ਹਨ, 5 ਗਿਆਨ ਇੰਦਰੀਆਂ, ਇਹਨਾਂ ਨੂੰ ਸਹੇਲੀਆਂ ਕਿਹਾ ਹੈ। ਗੁਰਮੁਖ ਵਾਸਤੇ ਸਹੇਲੀਆਂ ਹਨ, ਪਰ ਜਿਨ੍ਹਾਂ ਨੂੰ ਇਹ ਲੁੱਟ ਰਹੀਆਂ ਹਨ ਉਹਨਾਂ ਵਾਸਤੇ ਤਾਂ ਸਹੇਲੀਆਂ ਨਾ ਹੋਈਆਂ। ਤੁਹਾਡਾ ਧਿਆਨ ਇਹ ਇੰਦਰੀਆਂ ਦੁਆਰਾ ਬਾਹਰ ਜਾ ਰਿਹਾ ਹੈ। ਤੁਸੀਂ ਬਾਹਰ ਚਲੇ ਜਾਂਦੇ ਹੋ ਇੰਦਰੀਆਂ ਦੁਆਰਾ, ਅਤੇ ਬਾਹਰ ਜਾ ਕੇ ਤੁਸੀਂ ਬਿਲਕੁਲ ਮਸਤ ਹੋ ਜਾਂਦੇ ਹੋ। ਸੌਂ ਜਾਂਦੇ ਹੋ ਅਤੇ ਘਰ ਤੁਹਾਡਾ ਰਹਿ ਜਾਂਦਾ ਹੈ ਖਾਲੀ। ਜਿਵੇਂ ਕਹਿੰਦੇ ਹਨ ਨਾ ਵੀ ਕੋਈ ਨਸ਼ੇ ਦੇ ਵਿੱਚ ਚੂਰ ਹੋ ਗਿਆ ਅਤੇ ਬਾਹਰ ਘਰ ਤੋਂ ਡਿੱਗ ਪਿਆ, ਉਹ ਹਾਲ ਹੁੰਦਾ ਹੈ ਜਿਹੜਾ ਇੰਦਰੀਆਂ ਦੇ ਪਿੱਛੇ ਲੱਗਾ ਹੋਇਆ। ਇੰਦਰੀਆਂ ਦੁਆਰਾ ਬਾਹਰ ਚਲੇ ਗਏ ਤੁਸੀਂ, ਇੰਦਰੀਆਂ ਦੇ ਰੱਥ 'ਤੇ ਸਵਾਰ ਹੋ ਕੇ ਬਾਹਰ, ਤੇ ਇੰਨੇ ਮਦਮਸਤ ਹੋ ਗਏ ਤੇ ਘਰ ਹੀ ਭੁੱਲ ਗਏ ਆਪਣਾ। ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ। ਨੈਣਾ ਨੇ ਬਾਹਰ ਤੁਹਾਨੂੰ ਸਵਾ ਦਿੱਤਾ, ਤੁਸੀਂ ਧਿਆਨਸਤ ਹੋ ਜਾਂਦੇ ਹੋ। ਦੇਖਦੇ 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 ਭੁੱਲ ਹੀ ਜਾਂਦੇ ਹੋ ਵੀ ਮੈਂ ਕੌਣ ਹਾਂ। ਕਈ ਵਾਰ ਖਿਆਲ ਹੈ ਨਾ ਤੁਹਾਨੂੰ, ਤੁਸੀਂ ਨੈਣਾਂ ਦੇ ਪਿੱਛੇ ਚਲੇ ਜਾਂਦੇ ਹੋ ਅਤੇ ਸੁਣਦੇ ਸੁਣਦੇ ਵੀ ਤੁਸੀਂ ਵਿਚਾਰਾਂ ਦੇ ਵਿੱਚ ਖੋ ਜਾਂਦੇ ਹੋ। ਨਿੰਦਾ ਕਰਦੇ ਕਰਦੇ ਵੀ ਤੁਸੀਂ ਸੋਚਣ ਲੱਗ ਜਾਂਦੇ ਹੋ, ਜਾਂ ਸੁਣੀ ਹੈ ਅਤੇ ਵਿਚਾਰ ਲੱਗ ਜਾਂਦੇ ਹੋ, ਅਤੇ ਤੁਹਾਨੂੰ ਖਿਆਲ ਹੀ ਨਹੀਂ ਰਹਿ ਜਾਂਦਾ ਹੈ ਆਪਣੇ ਘਰ ਦਾ। ਸਵਾਦ ਲੈਂਦੇ ਲੈਂਦੇ ਹੀ ਸਵਾਦ ਦੇ ਵਿੱਚ ਖੋ ਜਾਂਦੇ ਹੋ ਅਤੇ ਭੁੱਲ ਜਾਂਦੇ ਹੋ। ਅਤੇ ਸਾਰੀਆਂ ਇੰਦਰੀਆਂ ਹੀ ਤੁਹਾਨੂੰ ਬਾਹਰ ਭਟਕਾਉਂਦੀਆਂ ਹਨ। ਅਤੇ ਘਰ ਦੇ ਵਿੱਚ ਤੁਹਾਡੇ ਡਾਕਾ, ਜਿਵੇਂ ਡਾਕੂ ਲੁੱਟਦੇ ਹਨ, ਮੂਸਨਹਾਰੇ ਪੰਚ ਬਟਵਾਰੇ, ਸੂਨੇ ਨਗਰ ਪਰੇ ਠਗਿਹਾਰੇ। ਸੁੰਨਾ ਨਗਰ ਹੈ ਤੁਹਾਡਾ, ਅਤੇ ਜਿਹੜੇ 5 ਠੱਗ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਠੱਗ ਰਹੇ ਹਨ ਤੁਹਾਨੂੰ, ਕਿਉਂਕਿ ਤੁਹਾਡਾ ਧਿਆਨ ਬਾਹਰ ਜਾ ਰਿਹਾ ਹੈ। ਧਿਆਨ ਹੀ ਸੰਪੱਤੀ ਸੀ, ਤੁਸੀਂ ਆਪਣੇ ਤੋਂ ਬਾਹਰ ਜਾ ਕੇ ਸੌਂ ਜਾਂਦੇ ਹੋ। ਘਰ ਤੁਹਾਡਾ ਸੁੰਨਾ ਹੈ। ਹੁਣ ਸੁੰਨੇ ਘਰ ਦੇ ਵਿੱਚ ਕੋਈ ਵੀ ਨਹੀਂ ਹੈ ਅਤੇ ਲੁੱਟੇ ਜਾ ਰਹੇ ਹੋ। ਫਿਰ ਕਹਿੰਦੇ ਹਨ ਵੀ ਇਹਨਾਂ ਪੰਜਾਂ ਤੋਂ ਤੁਹਾਨੂੰ ਕੋਈ ਵੀ ਨਹੀਂ ਬਚਾ ਸਕਦਾ, ਤੁਹਾਡੇ ਆਪਣੇ ਵੀ ਨਹੀਂ ਬਚਾ ਸਕਦੇ।
ਜਿਨ੍ਹਾਂ 'ਤੇ ਬੜਾ ਮਾਣ ਕਰਦੇ ਹੋ ਨਾ ਵੀ ਇਹ ਆਪਣੇ ਹਨ, ਤੋ ਉਹ ਜਿਹੜੇ ਆਪਣੇ ਹਨ ਤੁਹਾਡੇ, ਉਹ ਵੀ ਨਹੀਂ ਬਚਾ ਸਕਦੇ। ਉਨ ਤੇ ਰਾਖੈ ਬਾਪ ਨ ਮਾਈ, ਉਨ ਤੇ ਰਾਖੈ ਮੀਤ ਨ ਪਾਈ। ਦਰਬ ਸਿਆਣਪ ਨਾਓਏ ਰਹਿਤੇ ਸਾਧ ਸੰਗ, ਓਏ ਦੁਸ਼ਟ ਵਸ ਹੋਤੇ। ਕਹਿੰਦੇ ਨਾ ਬਾਪ ਤੇ ਨਾ ਮਾਈ, ਉਨ ਤੇ ਰਾਖੇ ਮੀਤ ਨਾ ਪਾਈ, ਉਹ ਬਚਾ ਨਹੀਂ ਸਕਦੇ ਤੁਹਾਨੂੰ। ਇਹ ਪੰਜਾਂ ਦੁਸ਼ਟਾਂ ਤੋਂ ਖਿਆਲ ਕਰਿਓ, ਥੋੜ੍ਹਾ ਜਿਹਾ ਗਹਿਰਾਈ ਨਾਲ ਸੋਚਿਓ, ਸਮਝਿਓ ਵੀ ਜਿਹੜੇ ਤੁਹਾਡੇ ਆਪਣੇ ਹਨ ਨਾ, ਇਹ ਪੰਜਾਂ ਤੋਂ ਬਚਾ ਨਹੀਂ ਸਕਦੇ ਹਨ। ਇਹ ਖਿਆਲ ਵਿੱਚ ਤੁਹਾਡੇ ਆ ਜਾਵੇ ਗੱਲ। ਦਰਅਸਲ ਗੱਲ ਉਲਟੀ ਹੁੰਦੀ ਹੈ। ਅਗਰ ਤੁਸੀਂ ਇਹਨਾਂ ਦਾ ਸਹਿਯੋਗ ਲਓਗੇ ਨਾ ਤੇ ਜ਼ਿਆਦਾ ਲੁੱਟੇ ਜਾਓਗੇ। ਸਹਿਯੋਗ ਲਓਗੇ ਤੇ ਜ਼ਿਆਦਾ ਲੁੱਟੇ ਜਾਓਗੇ। ਉਹ ਕਿਵੇਂ ਭਲਾ? ਜਦੋਂ ਤੁਸੀਂ ਸਹਿਯੋਗ ਲਓਗੇ ਤੇ ਮੋਹ ਮਮਤਾ ਵਧੇਗੀ। ਮੋਹ ਮਮਤਾ ਵਧੇਗੀ ਤੇ ਧਿਆਨ ਉਹਨਾਂ ਵੱਲ ਜਾਵੇਗਾ ਤੇ ਲੁੱਟੇ ਗਏ ਨਾ। ਖਿਆਲ ਕਰਿਓ ਥੋੜ੍ਹਾ ਜਿਹਾ। ਇਹ ਅਧਿਆਤਮਕ ਮਾਰਗ ਨੂੰ ਸਮਝਣਾ ਬਹੁਤ ਹੀ ਕਠਿਨ ਹੈ, ਪਰ ਜੋ ਦੱਸਿਆ ਜਾਂਦਾ ਹੈ ਨਾ ਬਾਹਰ, ਜ਼ਿਆਦਾਤਰ ਉਹ ਵਾਸਤਵਿਕ ਨਹੀਂ ਹੈ, ਸੱਚਾਈ ਨਹੀਂ ਹੈ। ਐਸੇ ਜਿਹੜੇ ਉਪਦੇਸ਼ ਹਨ ਨਾ, ਉਹਨਾਂ ਦਾ ਅਰਥ ਵੀ ਅਗਰ ਕਰਦੇ ਹਨ ਪ੍ਰਚਾਰਕ, ਕਥਾਵਾਚਕ, ਸਾਧੂ ਮਹਾਤਮਾ, ਤੋ ਇੰਨਾ ਸਾਫ਼ ਨਹੀਂ ਕਰਦੇ ਹਨ ਜਿੰਨਾ ਮੈਂ ਕਰਦਾ। ਇਸ ਕਰਕੇ ਸੁਣਨਾ ਵੀ ਕਠਿਨ ਹੈ। ਤੇ ਅਗਰ ਧਿਆਨਪੂਰਵਕ ਸੁਣੋਗੇ ਤੁਸੀਂ ਤੇ ਸੰਸਾਰ ਦੇ ਵਿੱਚ ਰਹਿਣਾ ਕਠਿਨ ਹੋ ਜਾਂਦਾ ਹੈ। ਕਿਉਂਕਿ ਜਿਨ੍ਹਾਂ ਦੇ ਨਾਲ ਰਹਿ ਰਹੇ ਹੋ, ਵਾਸਤਵਿਕ ਦੇ ਵਿੱਚ ਤੁਹਾਨੂੰ ਉਹੋ ਹੀ ਦੁਸ਼ਮਣ ਲੱਗਣਗੇ। ਉਹੋ ਹੀ ਤੁਹਾਡੇ ਤੋਂ ਹੀ ਦੂਰ ਕਰਨ ਵਾਲੇ ਹਨ। ਇਹ ਤੇ ਬਹੁਤ ਘੱਟ ਹਨ ਵਾਸਤਵਿਕ ਦੇ ਵਿੱਚ ਮਿੱਤਰ। ਮਿੱਤਰ ਸਹੀ ਨਾਲ ਚੱਲਦਿਆਂ ਨਾਲ ਚੱਲਣ, ਐਸੇ ਤੇ ਬਹੁਤ ਘੱਟ ਹਨ। ਮਾਤਾ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਇਹ ਕੌਣ ਕਹਿੰਦੀ ਹੈ? ਕੋਈ ਮਾਂ ਕਹਿੰਦੀ ਹੈ। ਜਗਦੀਸ਼ ਭੱਜਣ ਦਾ ਕੀ ਮਤਲਬ ਹੋਇਆ? ਵੀ ਨਾ ਮੈਨੂੰ ਚੇਤੇ ਕਰ, ਨਾ ਪਰਿਵਾਰ ਨੂੰ ਚੇਤੇ ਕਰ, ਨਾ ਸੰਸਾਰ ਨੂੰ ਚੇਤੇ ਕਰ, ਨਾ ਕਾਰੋਬਾਰ ਨੂੰ ਚੇਤੇ ਕਰ। ਤੂੰ ਜਗਦੀਸ਼ ਨੂੰ ਚੇਤੇ ਕਰ, ਰੱਬ ਨੂੰ ਚੇਤੇ ਕਰ, ਮੇਰੀ ਆਸੀਸ ਹੈ। ਐਸੀ ਮਾਂ ਤੇ ਵਾਸਤਵਿਕ ਹੈ। ਫਿਰ ਐਸਾ ਕੋਈ ਕਹਿੰਦਾ ਹੈ ਤੁਹਾਨੂੰ ਵੀ ਤੁਸੀਂ ਸਾਡੀ ਯਾਦ ਨਾ ਕਰੋ, ਸਾਡਾ ਚੇਤਾ ਨਾ ਕਰੋ, ਸਾਡਾ ਫਿਕਰ ਨਾ ਕਰੋ, ਸਾਡਾ ਖਿਆਲ ਨਾ ਕਰੋ, ਤੁਸੀਂ ਰੱਬ ਨੂੰ ਯਾਦ ਕਰੋ। ਬੁੱਢੇ ਬਾਰੇ ਤਾਂ ਕਹਿੰਦੇ ਹਨ ਕਿਉਂਕਿ ਬੁੱਢੇ ਦੀ ਲੋੜ ਕੋਈ ਨਹੀਂ, ਪਰ ਜਵਾਨੀ 'ਚ ਨਹੀਂ ਨਾ ਕੋਈ ਕਹਿੰਦਾ। ਪਰ ਬੁੱਢੇ ਬਾਰੇ ਜਿਹਨਾਂ ਨੂੰ ਕਹਿੰਦੇ ਹਨ ਉਹਨਾਂ ਦਾ ਨਹੀਂ ਮੋਹ ਹਟਦਾ। ਬੁੱਢਿਆਂ ਨੂੰ ਬੜਾ ਉਪਦੇਸ਼ ਦਿੰਦੇ ਹਨ ਨੌਜਵਾਨ। ਬੱਚਿਆਂ ਦਾ ਧਿਆਨ ਨਾ ਕਰੋ, ਪਰਿਵਾਰ ਦਾ ਨਾ ਕਰੋ, ਰੱਬ ਦਾ ਸਿਮਰਨ ਕਰੋ, ਬੜਾ ਉਪਦੇਸ਼ ਦਿੰਦੇ ਹਨ। ਪਰ ਉਹਨਾਂ ਨੂੰ ਨਹੀਂ ਪਤਾ ਤੁਸੀਂ ਵੀ ਬੁੱਢੇ ਹੋ ਗਏ ਨਾ, ਤੁਹਾਨੂੰ ਵੀ ਉਪਦੇਸ਼ ਲੋਕਾਂ ਨੇ ਦੇਣਾ ਹੈ ਅਤੇ ਤੁਹਾਡੇ ਕੋਲ ਵੀ ਨਹੀਂ ਮਨ ਹੋਣਾ, ਕਿਉਂਕਿ ਇਹ ਉਪਦੇਸ਼ ਜਵਾਨੀ 'ਚ ਮੰਨਣ ਵਾਸਤੇ ਹਨ। ਜਿਹੜਾ ਜਵਾਨੀ 'ਚ ਮੰਨਦਾ ਹੈ ਨਾ, ਉਹ ਫਿਰ ਬੁਢੇਪੇ ਦੇ ਵਿੱਚ ਸੁਰਖਰੂ ਹੁੰਦਾ ਹੈ। ਕਿਉਂਕਿ ਜਵਾਨੀ 'ਚ ਨਹੀਂ ਮੋਹ ਛੱਡਿਆ, ਤੁਸੀਂ ਧਿਆਨ ਛੱਡਿਆ ਬਾਹਰੋਂ, ਅਤੇ ਬੁਢੇਪੇ 'ਚ ਕਿਵੇਂ ਛੱਡੋਗੇ? ਅਤੇ ਤੁਹਾਡੇ ਆਪਣੇ ਹੀ ਤੁਹਾਡੇ ਸਹਿਯੋਗੀ ਨਹੀਂ ਹਨ ਧਾਰਮਿਕ ਮਾਰਗ 'ਚ।
ਇਹ ਗੱਲ ਖਿਆਲ ਵਿੱਚ ਰੱਖਿਓ। ਸੰਸਾਰੀ ਮਾਰਗ 'ਤੇ ਹੋ ਸਕਦੇ ਆ, ਤੁਹਾਡੀ ਸਰੀਰਕ ਸੁੱਖ ਸੁਵਿਧਾ ਵਾਸਤੇ ਹੋ ਸਕਦੇ ਆ, ਪਰ ਵਾਸਤਵਿਕ ਦੇ ਵਿੱਚ ਅਧਿਆਤਮ ਮਾਰਗ ਦੇ ਵਿੱਚ ਆਪਣੇ ਸਹਿਯੋਗੀ ਨਹੀਂ, ਇਸੇ ਕਰਕੇ ਆਪਣਿਆਂ ਨੂੰ ਲੋਕ ਛੱਡ ਕੇ ਗਏ ਹਨ। ਤੇ ਮੈਂ ਕਹਿੰਦਾ ਨਹੀਂ ਹਾਂ ਛੱਡ ਕੇ ਜਾਓ, ਪਰ ਫਿਰ ਵੀ ਧਿਆਨ ਤੇ ਹਟਾਉਣਾ ਹੀ ਹੈ ਨਾ। ਪਰ ਧਿਆਨ ਹਟਾਉਣਾ ਬੜਾ ਔਖਾ ਹੈ। ਜਿਨ੍ਹਾਂ ਦਾ ਹਟਦਾ ਹੈ ਉਹ ਨਾਰਾਜ਼ ਹੋ ਜਾਂਦੇ ਹਨ। ਜਿਵੇਂ ਪਰਸੋਂ ਹੀ ਇੱਕ ਗੁਰਮੁਖ ਪਿਆਰੇ ਦਾ ਟੈਲੀਫੋਨ ਆਇਆ ਸੀ, ਕਹਿੰਦਾ ਵੀ ਮੈਂ ਪਾਠ ਕਰਦਾ ਹਾਂ, ਧਿਆਨ ਨਹੀਂ ਟਿਕਦਾ, ਸਿਮਰਨ ਕਰਦਾ, ਧਿਆਨ ਨਹੀਂ ਟਿਕਦਾ। ਮੈਂ ਆਖਿਆ ਕਿੱਧਰ ਜਾਂਦਾ ਹੈ? ਕਹਿੰਦਾ ਪਰਿਵਾਰ ਵੱਲ, ਬੱਚਿਆਂ ਵੱਲ, ਘਰ ਵੱਲ, ਜਿੱਧਰ ਵੀ ਜਾਂਦਾ ਸਾਰਿਆਂ ਦਾ ਉੱਧਰ ਹੀ ਜਾਂਦਾ। ਕਹਿੰਦਾ ਵੀ ਸਾਧੂਆਂ ਦੀ ਸੰਗਤ ਕਹਿੰਦੇ ਹਨ ਮਹਾਂਪੁਰਸ਼ਾਂ ਦੀ, ਸੰਤਾਂ ਦੀ ਸੰਗਤ ਬਚਾ ਸਕਦੀ ਹੈ। ਮੈਂ ਆਖਿਆ ਉਹ ਸੰਗਤ ਦਾ ਅਸਰ ਇਹੋ ਹੀ ਹੁੰਦਾ ਹੈ ਵੀ ਤੁਹਾਡਾ ਸੰਸਾਰ ਵੱਲੋਂ ਧਿਆਨ ਹਟਦਾ ਹੈ। ਜਦੋਂ ਕਿਹਾ ਜਾਂਦਾ ਹੈ ਨਾ ਵੀ ਸੰਤਾਂ ਦੀ ਸੰਗਤ ਕਰੋ, ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗੋ ਜਾਏ, ਕਹਿੰਦੇ ਹਨ ਨਾ ਵੀ ਗੈਲ ਨਾ ਛੱਡੋ, ਸਾਥ ਨਾ ਛੱਡੋ। ਸਾਥ ਬਹੁਤੇ ਛੱਡਦੇ ਹਨ ਸੰਤਾਂ ਦਾ, ਵਾਸਤਵਿਕ ਦੇ ਵਿੱਚ ਖਿਆਲ ਵਿੱਚ ਰੱਖੋ। ਆਹ ਸੰਤਾਂ ਦਾ ਸਾਥ ਨਹੀਂ ਛੱਡਦੇ ਹਨ ਜਿਹੜੇ ਸਿਰਫ ਬਾਹਰੋਂ ਹਨ, ਸਾਧੂ ਮਹਾਤਮਾ ਸੰਸਾਰ ਨਾਲ ਜੁੜੇ ਹੋਏ, ਉਹ ਤੁਹਾਨੂੰ ਜੋੜ ਕੇ ਰੱਖਦੇ ਹਨ ਸੰਸਾਰ ਨਾਲ, ਉਹਨਾਂ ਦਾ ਸਾਥ ਨਹੀਂ ਲੋਕ ਛੱਡਦੇ ਹਨ। ਪਰ ਵਾਸਤਵਿਕ ਦੇ ਵਿੱਚ ਜਿਹੜੇ ਸੰਸਾਰ ਨਾਲ ਨਹੀਂ ਜੁੜੇ ਹੋਏ, ਕਰਤਾਰ ਦੇ ਨਾਲ ਜੁੜੇ ਹੋਏ ਹਨ, ਤੁਹਾਨੂੰ ਕਰਤਾਰ ਦੇ ਨਾਲ ਜੋੜਦੇ ਹਨ, ਉਹਨਾਂ ਦਾ ਜ਼ਿਆਦਾਤਰ ਲੋਕ ਸਾਥ ਛੱਡਦੇ ਹਨ, ਕਿਉਂਕਿ ਸੰਸਾਰ ਨਾਲੋਂ ਤੁਹਾਡਾ ਸਾਥ ਛੁੱਟੇਗਾ ਉਹਨਾਂ ਦੀ ਸੰਗਤ ਨਾਲ। ਇਹੋ ਹੀ ਹੋ ਰਿਹਾ ਹੈ। ਜਦੋਂ ਕੋਈ ਧਿਆਨਪੂਰਵਕ ਸੁਣਦਾ ਹੈ, ਪਹਿਲੇ ਉਹਨੂੰ ਬੜਾ ਚੰਗਾ ਲੱਗਦਾ ਹੈ। ਬਹੁਤ ਲੋਕ ਜੁੜਦੇ ਵੀ ਹਨ, ਤੁਹਾਨੂੰ ਪਤਾ ਹੀ ਹੈ, ਨੰਬਰ ਐਡ ਕਰਾ ਦਿੰਦੇ ਹਨ, ਅਤੇ ਬਹੁਤ ਚੰਗਾ ਵੀ ਲੱਗਦਾ ਹੈ, ਵਧੀਆ ਵੀ ਲੱਗਦਾ। ਧੀਰੇ ਧੀਰੇ ਧਿਆਨਪੂਰਵਕ ਸੁਣਨ ਨਾਲ ਉਹਨਾਂ 'ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਉਹਨਾਂ ਨੂੰ ਲੱਗਦਾ ਸਾਡਾ ਸੰਸਾਰ ਛੁੱਟੀ ਜਾ ਰਿਹਾ, ਸੰਸਾਰ 'ਚ ਰੁਚੀ ਘਟ ਰਹੀ, ਅਤੇ ਉਹ ਡਰ ਜਾਂਦੇ ਹਨ ਬਹੁਤੇ ਸਾਧਕ। ਖਿਆਲ ਵਿੱਚ ਰੱਖੋ, ਤੁਸੀਂ ਆਪ ਸੋਚਿਓ, ਤੁਹਾਡਾ ਆਪਣਾ ਕੋਈ ਨਾ ਰਵੇ, ਸਾਰੇ ਸਾਥ ਛੱਡ ਦੇਣ ਤਾਂ ਤੁਹਾਨੂੰ ਡਰ ਲੱਗੇਗਾ ਹੀ ਨਾ। ਅਤੇ ਬਹੁਤੇ ਸਾਧਕਾਂ ਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਵੀ ਅਗਰ ਇਹਨਾਂ ਨੂੰ ਸੁਣਦੇ ਹੀ ਰਹੇ ਤਾਂ ਐਸਾ ਨਾ ਹੋਵੇ ਵੀ ਸਾਰੇ ਹੀ ਛੁੱਟ ਜਾਣ। ਐਸਾ ਇੱਕ ਮਾਈ ਨੇ ਮੈਨੂੰ ਮੈਸੇਜ ਵੀ ਕੀਤਾ ਹੈ ਵੀ ਕਦੀ ਕਦੀ ਧਿਆਨ ਦੇ ਵਿੱਚ ਐਸਾ ਹੁੰਦਾ ਹੈ ਵੀ ਜਿਵੇਂ ਮੈਂ ਹੁੰਦੀ ਹੀ ਨਹੀਂ, ਹੈ ਹੀ ਨਹੀਂ, ਕੋਈ ਵੀ ਨਹੀਂ ਮੇਰਾ, ਅਤੇ ਡਰ ਲੱਗਦਾ ਹੈ। ਉਹ ਫਿਰ ਸੰਸਾਰ ਦੇ ਨਾਲ ਜੁੜ ਜਾਂਦਾ ਹੈ ਮਨ, ਵੀ ਨਹੀਂ ਐਸਾ ਨਾ ਹੋਵੇ ਵੀ ਕੋਈ ਵੀ ਆਪਣਾ ਨਾ ਹੋਵੇ। ਅਤੇ ਬਹੁਤੇ ਜਿਹੜੇ ਹਨ ਨਾ ਸਾਧਕ, ਉਹ ਜਾਂ ਤਾਂ ਫਿਰ ਸੰਸਾਰ ਵੱਲੋਂ ਧਿਆਨ ਹਟਾਉਣਗੇ, ਅਗਰ ਇੱਧਰ ਸੁਣਨਾ ਹੈ ਤਾਂ ਉਹਨਾਂ ਨੂੰ, ਨਹੀਂ ਤਾਂ ਫਿਰ ਇੱਧਰੋਂ ਉਹ ਨੰਬਰ ਡਿਲੀਟ ਕਰਕੇ ਉਹ ਥੋੜ੍ਹੇ ਜਿਹੇ ਸੁਰਖਰੂ ਹੋ ਜਾਂਦੇ ਹਨ ਵੀ ਇਹਨਾਂ ਕੋਲ ਬਚ ਜੀ। ਜਾਂ ਉਹਨਾਂ ਦੇ ਜਿਹੜੇ ਸਹਿਯੋਗੀ ਹਨ, ਆਪਣੇ ਹਨ, ਉਹ ਵਿਰੋਧ ਕਰਦੇ ਹਨ ਵੀ ਤੇਰਾ ਧਿਆਨ ਸੰਸਾਰ ਵੱਲੋਂ, ਬੱਚਿਆਂ ਵੱਲੋਂ, ਪਰਿਵਾਰ ਵੱਲੋਂ ਤਾਂ ਹੀ ਹਟ ਰਿਹਾ, ਤੂੰ ਉਹਨਾਂ ਨੂੰ ਸੁਣ ਰਹੇ ਹੋ ਜਾਂ ਸੁਣ ਰਹੀ ਹਾਂ। ਉਹਨਾਂ ਨੂੰ ਸੁਣਨਾ ਛੱਡ ਦੇ, ਨਹੀਂ ਤਾਂ ਤੂੰ ਬਰਬਾਦ ਹੋ ਜਾਏਂਗੀ। ਕਈ ਧਾਰਮਿਕ ਲੋਕ ਸਮਝਾਉਂਦੇ ਹਨ, ਖਿਆਲ ਵਿੱਚ ਰੱਖਿਓ ਵੀ ਇਹ ਤੁਹਾਨੂੰ ਸੰਸਾਰ ਨਾਲੋਂ ਤੋੜ ਰਿਹਾ ਹੈ। ਐਸਾ ਬਾਬੇ ਨਾਨਕ ਨੇ ਥੋੜ੍ਹੇ ਕਿਹਾ ਸੀ। ਉਹ ਤਾਂ ਕਹਿੰਦੇ ਹਨ
ਵੀ ਗ੍ਰਸਤ ਪ੍ਰਧਾਨ ਹੈ, ਗ੍ਰਸਤ ਦੇ ਵਿੱਚ ਹੀ ਰਹਿਣਾ। ਪਰ ਗ੍ਰਸਤ ਦੇ ਵਿੱਚ ਉਹਨਾਂ ਨੇ ਕਿਹਾ ਹੈ ਉਦਾਸ ਰਹਿਣਾ ਹੈ, ਗ੍ਰਸਤ ਦੇ ਵਿੱਚ ਹੀ ਰਹਿ ਕੇ ਸੰਨਿਆਸ ਲੈਣਾ ਹੈ। ਉਹਦਾ ਕੀ ਭਾਵ ਹੋਇਆ? ਵਿੱਚ ਰਹੋ ਜਾਂ ਬਾਹਰ ਰਹੋ, ਖਿਆਲ ਵਿੱਚ ਰੱਖੋ, ਧਿਆਨ ਤਾਂ ਛੱਡਣਾ ਹੀ ਹੈ ਨਾ। ਹੁਣ ਵਿੱਚ ਰਹਿ ਕੇ ਅਗਰ ਤੁਸੀਂ ਧਿਆਨ ਨਾ ਕਿਸੇ ਦਾ ਵੀ ਕਰੋ ਤੇ ਵਿੱਚ ਰਹਿ ਗਏ, ਫਿਰ ਤੇ ਘਰ ਬੈਠੇ ਹੀ ਘਰ ਦੇ ਵਿੱਚ ਤਾਂ ਰਹੇ ਹੀ ਨਹੀਂ। ਘਰ ਦੇ ਵਿੱਚ ਬੈਠੇ ਅਗਰ ਤੁਹਾਨੂੰ ਕੋਈ ਵੀ ਯਾਦ ਨਹੀਂ ਹੈ ਤੇ ਫਿਰ ਘਰ ਦੇ ਵਿੱਚ ਕਿੱਥੇ ਹੋ ਤੁਸੀਂ? ਫਿਰ ਤੇ ਘਰ ਦੇ ਵਿੱਚ ਹੋ ਹੀ ਨਹੀਂ ਨਾ। ਤੇ ਧਿਆਨ ਹਟਾਉਣਾ ਹੈ ਸੰਸਾਰ ਨਾਲ, ਪਰ ਧਿਆਨ ਹਟਾਉਣਾ ਬਹੁਤ ਔਖਾ ਹੈ। ਤੇ ਸੰਗਤ ਦਾ ਇਹੋ ਹੀ ਅਸਰ ਹੁੰਦਾ ਹੈ। ਵਾਸਤਵਿਕ ਦੇ ਵਿੱਚ ਤੁਸੀਂ ਜੇ ਸੰਗਤ ਕਰ ਰਿਹਾ ਹੈ ਨਾ ਕੋਈ, ਉਹਨੂੰ ਪਤਾ ਹੈ ਅੰਦਰੋਂ ਜਿਹੜਾ ਸੰਗਤ ਕਰ ਰਿਹਾ ਹੈ ਭਾਵਨਾ ਨਾਲ, ਉਹ ਸੰਗਤ ਦਾ ਅਸਰ ਹੋ ਰਿਹਾ ਹੈ ਵੀ ਉਹਨੂੰ ਵਾਸਤਵਿਕ ਦੇ ਵਿੱਚ ਸੱਤ ਦਾ ਸੰਗ ਹੋ ਰਿਹਾ ਹੈ। ਸੱਤ ਸੰਗ ਦਾ ਅਰਥ ਵੀ ਇਹੋ ਹੀ ਹੈ। ਸੱਤ ਦਾ ਸੰਗ ਹੋ ਰਿਹਾ ਤੇ ਝੂਠ ਦਾ ਸੰਗ ਤੇ ਛੁੱਟੇ ਗਈ, ਉਹ ਤੇ परिणाम ਹੈ। ਹਾਂ, ਝੂਠ ਦਾ ਸੰਗ ਛੱਡਣਾ ਔਖਾ ਹੈ, ਬਹੁਤ ਕਠਿਨ ਹੈ। ਝੂਠ ਤੁਹਾਨੂੰ ਸੱਚ ਲੱਗ ਰਿਹਾ ਹੈ ਤੇ ਸੱਚ ਦਾ ਤੇ ਪਤਾ ਹੀ ਨਹੀਂ। ਤੇ ਜਿਨ੍ਹਾਂ ਦਾ ਤੁਸੀਂ ਸਾਥ ਕਰ ਰਹੇ ਹੋ, ਜਿਹੜੇ ਸਹਿਯੋਗੀ ਹਨ ਤੁਹਾਡੇ ਸੰਸਾਰ ਦੇ ਵਿੱਚ, ਅਧਿਆਤਮਿਕ ਦੇ ਵਿੱਚ ਇਹੋ ਹੀ ਅਸਹਿਯੋਗੀ ਹਨ। ਇਹੋ ਹੀ ਕਾਰਨ ਸੀ ਵੀ ਜਿਹੜੇ ਅਧਿਆਤਮਿਕ ਦੇ ਮਾਰਗ 'ਤੇ ਚੱਲੇ ਹਨ, ਉਹਨਾਂ ਨੇ ਇਹ ਸਹਿਯੋਗੀਆਂ ਦਾ ਸਾਥ ਨਹੀਂ ਲਿਆ ਹੈ, ਇਹਨਾਂ ਦਾ ਸਾਥ ਛੱਡਿਆ ਹੈ ਵੀ ਇਹ ਸਹਿਯੋਗੀ ਨਹੀਂ ਹੈ, ਕਿਉਂਕਿ ਇਹੋ ਧਿਆਨ ਬਾਹਰ ਖਿੱਚ ਰਹੇ ਹਨ। ਇਹੋ ਧਿਆਨ ਦੇ ਲੁਟੇਰੇ ਹਨ। ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਤੇ ਧਿਆਨ ਨੂੰ ਖਿੱਚ ਰਹੇ ਹਨ, ਮੋਹ ਮਮਤਾ।